ਵਾਹਿਗੁਰੂ ਵਾਹਿਗੁਰੂ। ਗੌੜੀ ਕਬੀਰ ਜੀ। ਜੋ ਜਨ ਪਰਮਿਤ ਪਰਮ ਨ ਜਾਨਾ, ਬਤ ਨਹੀਂ ਬੈਕੁੰਠ ਸਮਨਾ। ना जाना बैकुंठ कहाँ ही, जान जान सब कहे तहाँ ही रहा। कहन कहावन न पतियाई है, मन मन जाते हम जई है। जब लग मन बैकुंठ की आस, तब लग होए नहीं चरण निवास। कहो कबीर एक यह कहे, साध संगत बैकुंठ आए। हाँ तिनकै बलिहारन जिन सच रखिया उरदार। नानक नामै सब हरियावली, गुर कै शब्द विचार। मुकत भुगत जुगत तेरी सेवा, जिस तू आप कराहे, तहाँ बैकुंठ जय कीर्तन तेरा। तू आपे शरदा लाहे। ज़हरा ज़हूर हाजरा हजूर सर्व कला भरपूर समरथ गुरु। लोक परलोक दे रखेक भगत वशल ज्ञान दे सागर। गुरुआं भट्टां भगतां सिखां दी जोत बाणी। धन धन श्री गुरु ग्रंथ साहिब महाराज जी की पावन पवित्र गोद हजूरी दे विच गुर शब्द दे नाल जुड़ बैठे देश प्रदेश जुड़ रही साध संगत जी। आप जी धनता दे योग बड़ भागे हो। गुरु साहब ने कृपा की है, जीवन सवास तंदुरुस्तियां बख्शियां, तां करके असीं गुरु की गोद विच बैठण दे काबिल योग होए हां। सो शुक्र है सतगुरु जी का, जिन्हां ने साडे औगणां वल गुनाहां वल नहीं देखिया, सानू फिर भी अपने चरनां दा प्रेम प्यार और अपनी असीस बख्शिश देण दे लई महाराज जी ने अपने कोल अपने पास बुला लिया। सो गुरु साहिब मेहर करन, कृपा करन, दया करन, मेहर करन, कृपा करन, दया करन। सानू शब्द दी विचार दी जो समझ है वो सानू लग जाए, पता चल जाए, तां जो साडा जिहड़ा जीवन है वो सफल हो जाए। रोज़ असीं
ਗੁਰਬਾਣੀ ਦੇ ਮੁਤਾਬਕ ਕਥਾ ਵਿਚਾਰਾਂ ਦੇ ਰੂਪ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਦੇ ਹਾਂ। ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ ਲਿਆ, ਸਬਕ ਲੈ ਲਿਆ, ਲੈਸਨ ਲੈ ਲਿਆ। ਉਸ ਸਬਕ ਨੂੰ ਹੁਣ ਕਮਾਉਣਾ, ਉਸ ਹੁਕਮ ਤੇ ਹੁਣ ਚੱਲਣਾ। ਕਿਉਂਕਿ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗੇ ਪੈਦਾ ਜਾਏ ਸੀ। ਸੋ ਗੁਰੂ ਸਾਹਿਬ ਮਿਹਰ ਕਰਨ। ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਬੜਾ ਪਿਆਰਾ ਸ਼ਬਦ ਹੈ ਵੀ ਅੱਜ ਦੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਇਹ ਦੱਸਿਆ ਵੀ ਬੈਕੁੰਠ ਕਿਹਨੂੰ ਕਹਿੰਦੇ ਨੇ। ਬੈਕੁੰਠ ਕਿਹਨੂੰ ਕਹਿੰਦੇ ਨੇ? ਰੱਬ ਬੈਕੁੰਠ ਵਿੱਚ ਰਹਿੰਦਾ। ਬੈਕੁੰਠ ਕਿੱਥੇ ਹੈ? ਜਿਸ ਨੇ ਬੈਕੁੰਠ ਦੇਖਿਆ ਹੋਏਗਾ ਉਹ ਤੁਹਾਨੂੰ ਦੱਸੇਗਾ। ਜਿਸ ਨੇ ਬੈਕੁੰਠ ਦੇਖਿਆ ਨਹੀਂ ਹੋਏਗਾ ਉਹ ਦੱਸ ਨਹੀਂ ਸਕੇਗਾ। ਜੇ ਕਿਸੇ ਨੂੰ ਬੈਕੁੰਠ ਦਾ ਪਤਾ ਤੇ ਉਹ ਬੈਕੁੰਠ ਦੀ ਗੱਲ ਕਰੇ। ਜੇ ਕਿਸੇ ਨੂੰ ਬੈਕੁੰਠ ਦਾ ਨਹੀਂ ਪਤਾ ਤੇ ਉਹ ਬੈਕੁੰਠ ਦੀ ਗੱਲ ਨਾ ਕਰੇ। ਜੇ ਕਿਸੇ ਨੂੰ ਬੈਕੁੰਠ ਬਾਰੇ ਕੁਝ ਵੀ ਨਹੀਂ ਪਤਾ ਤੇ ਉਹ ਕਿਸੇ ਦਾ ਸਮਾਂ ਖਰਾਬ ਨਾ ਕਰੇ। ਜੇ ਕਿਸੇ ਨੂੰ ਬੈਕੁੰਠ ਦੇ ਬਾਰੇ ਜਾਂ ਪ੍ਰਮਾਤਮਾ ਜਿੱਥੇ ਰਹਿੰਦਾ ਉਹਦੇ ਬਾਰੇ ਪਤਾ ਹੈ ਤੇ ਫਿਰ ਉਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਦੱਸ ਦੇਣਾ ਚਾਹੀਦਾ ਹੈ, ਸਮਝਾ ਦੇਣਾ ਚਾਹੀਦਾ ਹੈ, ਸੁਣਾ ਦੇਣਾ ਚਾਹੀਦਾ ਹੈ। ਪਰ ਉਹਨਾਂ ਨੂੰ ਜਿਹੜਾ ਸੌਦੇ ਦੀ ਖਰੀਦ ਕਰਨੀ ਚਾਹੁੰਦੇ ਹਨ, ਜੋ ਸੌਦੇ ਦੀ ਖਰੀਦ ਕਰਨੀ ਚਾਹੁੰਦੇ ਹਨ, ਉਹਨਾਂ ਨੂੰ ਦੱਸ ਦੇਣਾ ਚਾਹੀਦਾ। ਜੋ ਲੈਣ ਯੋਗ ਹਨ, ਜੋ ਲੈਣ ਵਾਲੇ ਹਨ, ਗੁਰੂਆਂ ਦੇ ਕੋਲ ਬਹੁਤ ਆਏ, ਗੁਰੂ ਸਾਹਿਬਾਂ ਦੇ ਕੋਲ ਬਹੁਤ ਆਏ, ਭਗਤਾਂ ਪਿਆਰਿਆਂ ਦੇ ਕੋਲ ਲੋਕ ਬਹੁਤ ਆਏ। ਉਹਨਾਂ ਨੇ ਪ੍ਰਮਾਤਮਾ ਦੀ ਪਹਿਚਾਨ, ਉਹਨਾਂ ਨੇ ਨਾਮ ਦਾ ਸੌਦਾ ਉਹਨਾਂ ਨੂੰ ਦਿੱਤਾ। ਜੋ ਇਸ ਸੌਦੇ ਦੇ ਕਾਬਲ ਸਨ, ਜੋ ਇਸ ਸੌਦੇ ਨੂੰ ਚਾਹੁੰਦੇ ਸਨ। ਕਲਾਸ ਤੇ ਭਰੀ ਹੁੰਦੀ ਹੈ 30 40 50 ਬੱਚਿਆਂ ਦੇ ਨਾਲ। ਸਾਰੇ ਬੱਚੇ ਜਿਹੜੇ ਨੇ ਉਹ ਸਕਾਲਰਸ਼ਿਪ ਪ੍ਰਾਪਤ ਨਹੀਂ ਕਰਦੇ, ਟੌਪ ਨਹੀਂ ਆਉਂਦੇ, ਕਿਉਂਕਿ ਸਾਰਿਆਂ ਦੀ ਪੜ੍ਹਾਈ ਇੱਕੋ ਜਿਹੀ ਨਹੀਂ, ਸਾਰਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ, ਸਾਰਿਆਂ ਦਾ ਸੁਣਨਾ ਇੱਕੋ ਜਿਹਾ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਸਾਰਿਆਂ ਦੀ ਸੋਚ ਪਵਿੱਤਰ ਨਹੀਂ, ਸਾਰਿਆਂ ਦਾ ਮਨ ਸਾਫ਼ ਨਹੀਂ। ਗੁਸਤਾਖੀ ਬਾਪ, ਕਿਉਂਕਿ ਜਿਹੜੇ ਕਿਰਪਾ ਤੋਂ ਵਾਂਝੇ ਰਹਿੰਦੇ ਨੇ, ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ, ਉਹ ਸਮਝ ਲੈਣ ਪਿਆ ਜੇ ਮਨ ਵਿੱਚ ਕੋਈ ਕਮੀ ਹੈ। ਕਮੀ ਹੈ, ਬਾਣੀ ਵਿੱਚ ਲਿਖਿਆ, ਹਮ ਅਪਰਾਧੀ ਸਦ ਭੁਲਤੇ ਤੂੰ ਬਖਸ਼ਣ ਹਾਰੇ। ਸਾਡੇ ਵਿੱਚ ਕਮੀ ਹੈ, ਇਸ ਕਰਕੇ ਸਫਲਤਾ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਸੋ ਗੁਰੂ ਮਿਹਰ ਕਰਨ। ਬਹੁਤ ਪਿਆਰਾ ਵਿਸ਼ਾ ਅੱਜ ਦਾ ਹੈ ਬੈਕੁੰਠ। ਬੈਕੁੰਠ, ਬੈਕੁੰਠ ਬਹੁਤ ਪਿਆਰਾ ਵਿਸ਼ਾ ਤੇ ਭਗਤ ਜੀ ਨੇ ਬਹੁਤ ਹੀ ਸੋਹਣੇ ਢੰਗ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਵੀ ਬੈਕੁੰਠ ਕੀ ਹੈ, ਬੈਕੁੰਠ ਕਿੱਥੇ ਹੈ, ਬੈਕੁੰਠ ਬਾਰੇ ਜਾਣਕਾਰੀ ਕੀ ਹੈ। ਜੇ ਕੋਈ ਜਾਣਨਾ ਚਾਹੁੰਦਾ ਤੇ ਉਹ ਸੁਣੇ ਬੜੇ ਚਾਓ ਭਾਵ ਨਾਲ। ਭਗਤ ਕਬੀਰ ਜੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 325 ਦੇ ਉੱਪਰ ਇਹ ਅੰਕਿਤ ਹੈ। ਸ਼ਬਦ ਦੀ ਪੰਕਤੀ ਆਰੰਭ ਹੋਈ ਹੈ, ਜੋ ਜਨ ਪਰਮਤ ਪਰਮਨ ਜਾਨਾ। ਸੋ ਮੈਂ ਆਰੰਭ ਦੇ ਵਿੱਚ ਆਪ ਜੀ ਨੂੰ ਦੱਸ ਦਿੱਤਾ ਹੈ ਵੀ ਬੈਕੁੰਠ ਕਿਹਨੂੰ ਕਹਿੰਦੇ ਨੇ। ਅਸੀਂ ਦੁਨੀਆ ਦੇ ਨਕਸ਼ੇ ਨੂੰ ਜਾਣਨ ਦੇ ਲਈ ਗੂਗਲ ਦੇ ਵਿੱਚ ਆਵਾਜ਼ ਲਾਉਂਦੇ ਹਾਂ, ਕੁਝ ਲਿਖਦੇ ਹਾਂ, ਸਾਨੂੰ ਸਾਰੇ ਹੀ ਵਰਲਡ ਦੇ ਇਕੱਲੇ ਇਕੱਲੇ ਦੇਸ਼, ਪਿੰਡ, ਸ਼ਹਿਰ, ਡਿਸਟ੍ਰਿਕਟ, ਹਰ ਚੀਜ਼ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਗੂਗਲ ਤੇ ਜਾਓ, ਸਭ ਕੁਝ ਦੁਨੀਆ ਦੀ ਹਰ ਚੀਜ਼ ਪਤਾ ਲੱਗਦੀ ਹੈ। ਗੁਰੂ ਨਾਨਕ ਦਾ ਘਰ ਸਾਧ ਸੰਗਤ ਜੀ ਇੱਕ ਗੂਗਲ ਦੇ ਰੂਪ ਦੇ ਵਿੱਚ ਹੈ, ਜਿੱਥੇ ਜੈਸੀ ਤੁਸੀਂ ਪ੍ਰੇਮ ਅਤੇ ਸ਼ਰਧਾ ਲੈ ਕੇ ਜਾਓਗੇ ਉੱਦਾਂ ਦਾ ਹੀ ਸਾਨੂੰ ਉੱਥੋਂ ਫਲ ਜਾਂ ਜਾਣਕਾਰੀ ਮਿਲੇਗੀ।
सो भगत कबीर जी ने इस शब्द दे विच बैकुंठ की गल कीती है। बैकुंठ किनू कहंदे ने ते सो महाराज जी कहंदे सुनो ध्यान नाल। जो जन परमित परमन जाना, जिहड़ा कहंदा मैं परमात्मा नूं मिलिया होया, मैं तुहानूं परमात्मा बारे दसांगा, वो झूठ बोलदा है। परमात्मा नूं मिल के परमात्मा दे बारे पूरा दसिया नहीं जा सकदा, क्योंकि जदों तक पूर्ण तौर ते किसी चीज़ का ज्ञान नहीं हुंदा उदों तक सानूं दसना भी नहीं चाहिदा, उदों तक किसी स्टेज ते चढ़ना भी नहीं चाहिदा जदों तक गल बारे पूरा पता नहीं। ते जिसनों पूरा पता है, उस पूरे बारे पता है, उस पूरे दी पूरी महिमा पूरी जानकारी सत्संग जी सब नूं एवें पता लगी जाए ते फिर खन्निओ तिखी वालो निक्की एत मार्ग जाना वाला सबजैक्ट ते गया। जे किसी नूं परम पिता परमात्मा सचखंड बेगमपुरा बैकुंठ दरगाह ਇਹਦੇ बारे आसानी दे नाल पता लग जाए, देखो पढ़ के या किसी विद्वान को सुन के सानू पता लग जाएगा। पर जदों तक प्रैक्टिकल एक साइंस के विद्यार्थी है ना, बायोलॉजी कैमिस्ट्री फिजिक्स पढ़ते हैं, जदों तक वो लैबोरेटरी दे विच नहीं जाते, प्रयोगशाला विच प्रयोग नहीं करते, उदों तक वो भावें डॉक्टरी लाइन दे विच किसी ने MBBS क्यों ना कीती होए, जदों तक उन्होंने पंछियां जानवरां दे पेट कट के उन्हों दा ऑपरेशन सफल ना किया होए, उदों तक उन्होंने कदी भी किसी मरीज दे पेट नूं ऑपरेट करन दी इजाजत नहीं दिती जाती, भावें वो लख पढ़िया होवे। उन्होंने ये पूछया जाता है तैनूं तजुर्बा किन्ना है, तू इस चीज़ बारे किन्नी को जानकारी रखदा है, फिर जाके सत्संग जी कोई सर्जन बनता है। बड़ी ज़्यादा उहदी परख हुंदी है, एवें छाती पाड़ के एवें किसी का पेट पाड़ के उन्होंने कोई ठीक नहीं कर सकता, ਉਹਦਾ बहुत ज़्यादा तजुर्बा ਹੁੰਦਾ है। तुसी सर्जन देखना कुछ मिनटां दे विच 15-20 मिनट विच स्टंट पा के बाहर आ जाते हैं, उन्हां दा तजुर्बा। जे उन्हां को तजुर्बा ना होवे, कल्ली पढ़ाई होवे, जिदा साडे कोल ज्ञान सुनन नूं बहुत है, ज्ञान सुनाउण नूं बहुत है, पर जे साडे कोल प्रैक्टिकल लाइफ जीवन जिंदगी नहीं ते सानू सफलता नहीं मिलनी। गुरु नानक ने अपनी इस बदियाले दे विच, इस संस्था दे विच कोई जॉब नहीं देनी, सानू अपना चाकर नौकर नहीं रखना। क्यों? क्योंकि गुरु कहंदा भी अमली जीवन जिहदा है वो आ जाए भाई, जिसदा अमली जीवन हैगा ना, जिहदे कोल सत है, ध्यान देना, जिस कोल ईमानदारी है, जिस कोल दृष्टि दे विच समानता है, जिहदी बोली मिठास वाली है, जिहड़ा मिलापड़ा है, जिहड़ा सब नूं एक ही निगाह दृष्टि दे नाल देखदा है, जिहड़ा धर्म ते विश्वास रखदा है, जो पुण्य दान दया करनी चाहुंदा है, जो सब नाल प्रेम करना चाहुंदा है, वो आ जाए, उन्होंने सारा कुछ दसिया जाएगा, उन्होंने सब कुछ जनाया जाएगा। जिसनों तू जाना है सोई जन जाने, हर गुण सदी आख वखाने। भगत कबीर जी ने पहला ते मारी है चोट किना ते, ओ जिहड़े जिहड़े झूठे कही जांदे ने भी आओ तुहानू बैकुंठ दसीए, आओ तुहानू दसीए परमात्मा कित्थे बैठा किवें मिलदा। जे ते ओ जानकार हैं फिर ते ठीक गल है। हुण सानू कोई कहे, ध्यान देना, हुण सानू कोई इतों गुरुद्वारा साहब तो अनाउंसमेंट हो जाए भी बाहर एक 4 व्हीलर खड़ा है, उत्थे बहुत सस्तियां चीज़ां आईयां, तुसीं आ ही जाना, तुसीं खरीदण नूं आ जाना।
ਜਾਂ ਅਖਬਾਰ ਦੇ ਵਿੱਚ ਕੋਈ ਐਡ ਲੱਗ ਜਾਏ ਵੀ ਉੱਥੇ ਇਹ ਸੇਲ ਲੱਗੀ ਹੋਈ ਹੈ ਹਾਫ ਤੋਂ ਵੀ ਘੱਟ, ਤੇ ਤੁਸੀਂ ਉੱਥੇ ਚਲੇ ਜਾਣਾ। ਪਰ ਜਦੋਂ ਸੌਦੇ ਨੂੰ ਫੜ ਕੇ ਦੇਖਣਾ, ਕਈ ਵਾਰ ਸੌਦੇ ਨੂੰ ਦੇਖ ਕੇ ਬੰਦਾ ਵਾਪਸ ਮੁੜ ਆਉਂਦਾ, ਕਹਿੰਦਾ 10 ਰੁਪਏ ਵੱਧ ਖਰਚਣੇ ਚੰਗੇ, ਪਰ ਸੌਦਾ ਤੇ ਖਰਾ ਚਾਹੀਦਾ ਨਾ। 10 ਰੁਪਏ ਵੱਧ ਖਰਚਣੇ ਚੰਗੇ, ਸੌਦਾ ਤੇ ਚੰਗਾ ਚਾਹੀਦਾ। ਉਹ ਭੇਖੀ ਪਖੰਡੀ ਦੇ ਪਿੱਛੇ ਲੱਗ ਕੇ ਰੱਬ ਨੂੰ ਮਿਲਾਉਣ ਦੇ ਲਈ ਸਾਨੂੰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਲੋਕ ਕਹਿਣਗੇ, ਲਾਲਚ ਦੇਣਗੇ ਆ ਜਾ, ਕਿਉਂਕਿ ਹਰ ਬੰਦਾ ਚਾਹੁੰਦਾ ਮੈਂ ਆਪਣੇ ਇਸ਼ਟ, ਆਪਣੇ ਅੱਲਾ, ਆਪਣੇ ਰਾਮ, ਆਪਣੇ ਭਗਵਾਨ ਨੂੰ ਮਿਲਾਂ। ਤੇ ਜਦੋਂ ਕੋਈ ਸਾਨੂੰ ਕਹਿ ਦੇ ਵੀ ਮੈਂ ਤੈਨੂੰ ਤੇਰੇ ਰੱਬ ਨੂੰ ਮਿਲਾ ਸਕਦਾ, ਬੰਦਾ ਖੁਸ਼ ਹੋ ਜਾਂਦਾ। ਉਹ ਰੱਬ ਨੂੰ ਮਿਲਣ ਦੇ ਲਈ, ਭਗਵਾਨ ਰਾਮ ਪ੍ਰਭੂ ਈਸ਼ਵਰ ਨੂੰ ਮਿਲਣ ਦੇ ਲਈ ਕੁਛ ਵੀ ਕਰਨ ਦੇ ਲਈ ਤਿਆਰ ਹੋ ਜਾਂਦਾ। ਇੱਥੇ ਹੀ ਉਹ ਅਖੌਤੀ ਧਾਰਮਿਕ ਆਗੂ ਫਾਇਦਾ ਚੁੱਕ ਲੈਂਦੇ ਨੇ। ਭਗਤ ਜੀ ਕਹਿੰਦੇ ਨੇ, ਕਹਿੰਦੇ ਜੋ ਜਨ ਪਰਮਿਤ ਪਰਮਨ ਜਾਣਾ, ਪਰਮਾਤਮਾ ਦੀ ਹੱਦ ਕੋਈ ਨਹੀਂ। ਧਿਆਨ ਦੇਣਾ, ਜਿਸ ਦੀ ਹੱਦ ਮਿਣੀ ਗਿਣੀ ਮਿੱਥੀ ਜਾਏ ਉਹ ਤੇ ਫਿਰ ਨਿਸ਼ਚਿਤ ਹੋ ਗਿਆ ਵੀ ਇਹ ਇੱਥੇ ਤੱਕ ਹੈ। ਪਰਮਾਤਮਾ ਦੀ ਕੋਈ ਹੱਦ ਨਹੀਂ, ਪਰਮਾਤਮਾ ਦੀ ਕੋਈ ਮਿਣਤੀ ਨਹੀਂ, ਕੋਈ ਗਿਣਤੀ ਨਹੀਂ। ਤੇ ਜਿਸ ਦੀ ਹੱਦ ਨਹੀਂ, ਜਿਸ ਦਾ ਮੱਧ ਨਹੀਂ, ਜਿਸ ਦਾ ਅੰਤ ਨਹੀਂ, ਜਿਸ ਨੂੰ ਕਹਿੰਦੇ ਨੇ ਬੇਅੰਤ, ਤੇ ਜੇ ਕੋਈ ਦਾਵਾ ਕਰੇ ਵੀ ਮੈਂ ਉਸ ਤੱਕ ਤੈਨੂੰ ਪਹੁੰਚਾ ਸਕਦਾ, ਤੇ ਸਤਸੰਗ ਜੀ ਇਹ ਫਿਰ ਕੋਈ ਠੱਗ ਹੋਏਗਾ, ਇਹ ਕੋਈ ਫਿਰ ਝੂਠਾ ਹੋਏਗਾ। ਕਿਉਂਕਿ ਪ੍ਰਮਾਤਮਾ ਨੂੰ ਮਿਲਾਉਣ ਦੇ ਲਈ, ਜਿਹੜਾ ਤੁਹਾਨੂੰ ਪ੍ਰਮਾਤਮਾ ਨਾਲ ਮਿਲਾਉਣਾ ਚਾਹੇ, ਬੈਕੁੰਠ ਦੱਸਣਾ ਚਾਹੇ, ਉਹ ਤੁਹਾਨੂੰ ਕਹੇਗਾ ਪ੍ਰੈਕਟੀਕਲ ਜੀਵਨ ਗੁਣ ਧਾਰਨ ਕਰਨੇ ਪੈਣੇ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਿਸ ਨੇ ਪ੍ਰਮਾਤਮਾ ਨੂੰ ਮਿਲਣਾ, ਜਿਸ ਨੇ ਪ੍ਰਮਾਤਮਾ ਨੂੰ ਦੇਖਣਾ, ਉਹ ਪ੍ਰਮਾਤਮਾ ਵਰਗਾ ਬਣ ਜਾਏ। ਸਿੱਧੀ ਗੱਲ। ਜਿਸ ਨੇ ਪ੍ਰਮਾਤਮਾ ਨੂੰ ਮਿਲਣਾ, ਹਰ ਕੋਈ ਚਾਹੁੰਦਾ ਮੈਂ ਪ੍ਰਮਾਤਮਾ ਨੂੰ ਮਿਲਾਂ, ਦਾਨ ਪੁੰਨ ਸੇਵਾ ਅੰਮ੍ਰਿਤ ਵੇਲਾ ਸਭ ਕੁਝ ਕਰਦੇ ਹਾਂ, ਕੀ ਵੀ ਪ੍ਰਮਾਤਮਾ ਨੂੰ ਮਿਲ ਜਾਈਏ, ਪ੍ਰਮਾਤਮਾ ਸਾਨੂੰ ਮਿਲ ਪਵੇ। ਪਰ ਮਹਾਰਾਜ ਜੀ ਕਹਿੰਦੇ ਨੇ, ਬਾਣੀ ਵਿੱਚ ਲਿਖਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਭਗਤ ਕਬੀਰ ਜੀ ਕਹਿੰਦੇ ਜਿੱਦਾਂ ਦਾ ਹਰੀ ਹੈ ਨਾ, ਤੈਨੂੰ ਉਦਾਂ ਦਾ ਹੋਣਾ ਪੈਣਾ, ਫਿਰ ਤੂੰ ਹਰੀ ਬਾਰੇ ਜਾਣ ਸਕੇਗਾ। ਤੇ ਜਿਸ ਨੂੰ ਤੂੰ ਜਨਾਉਣ ਦੀ ਕੋਸ਼ਿਸ਼ ਕਰੇਗਾ ਉਹ ਹਰੀ ਵਰਗਾ ਹੋਏਗਾ ਹੀ ਨਹੀਂ, ਤੇ ਉਹ ਕਿੱਥੋਂ ਜਾਣੇਗਾ ਪ੍ਰਮਾਤਮਾ ਨੂੰ, ਬੈਕੁੰਠ ਨੂੰ। ਗੱਲ ਹੈ, ਜਿਹੜਾ ਪ੍ਰਮਾਤਮਾ ਵਰਗਾ ਹੋ ਗਿਆ ਉਸ ਨੂੰ ਤੇ ਪ੍ਰਮਾਤਮਾ ਬਾਰੇ ਪਤਾ ਲੱਗ ਗਿਆ। ਜਿਸ ਨੂੰ ਪ੍ਰਮਾਤਮਾ ਬਾਰੇ ਪਤਾ ਲੱਗ ਗਿਆ ਉਹ ਕਹੇ ਮੈਂ ਦੂਜੇ ਨੂੰ ਪ੍ਰਮਾਤਮਾ ਬਾਰੇ ਦੱਸ ਦੇਵਾਂ। ਜਿਸ ਨੂੰ ਦੱਸਣਾ ਉਹਨੂੰ ਵੀ ਪ੍ਰਮਾਤਮਾ ਵਰਗਾ ਬਣਨਾ ਪਏਗਾ। ਜੇ ਉਹ ਪ੍ਰਮਾਤਮਾ ਵਰਗਾ ਨਹੀਂ ਬਣੇਗਾ, ਦੱਸਣ ਵਾਲੇ ਦੁਆਰਾ ਦੱਸਿਆ ਕੰਮ ਅਰਥ ਵਿੱਚ ਨਹੀਂ ਹੈ। ਤੇ ਪਰਮਾਤਮਾ ਵਰਗਾ ਬਣਨ ਲਈ ਪਰਮਾਤਮਾ ਵਾਲੇ ਗੁਣ ਮਨੁੱਖ ਦੇ ਵਿੱਚ ਹੋਣੇ ਚਾਹੀਦੇ ਨੇ। ਜਿੰਨੇ ਸਾਡੇ ਗੁਰੂ ਭਗਤ ਸ਼ਹੀਦ ਸਿੱਖ ਹੋਏ ਨੇ ਨਾ, ਉਹ ਰੱਬ ਹੀ ਸਨ, ਉਹ ਰੱਬ ਹੀ ਹਨ, ਉਹ ਰੱਬ ਹੀ ਰਹਿਣਗੇ। ਪਰ ਕਦੋਂ? ਕਿਉਂਕਿ ਉਹ ਰੱਬ ਵਰਗੇ ਬਣ ਗਏ। ਗੁਰੂ ਨਾਨਕ ਮਹਾਰਾਜ ਜੀ ਨਿਰੰਕਾਰ ਹੀ ਨੇ, ਰੱਬ ਹੀ ਨੇ। ਭਾਈ ਲਹਿਣਾ ਗੁਰੂ ਅੰਗਦ ਦੇ ਰੂਪ ਵਿੱਚ ਰੱਬ ਹੀ ਨੇ। ਭਗਤ ਰਵਿਦਾਸ, ਕਬੀਰ, ਫਰੀਦ, ਸਦਨਾ, ਤਰਲੋਚਨ, ਨਾਮਦੇਵ, ਹੋਰ ਬੜੇ ਭਗਤ, ਇਹ ਸਾਰੇ ਜਿਹੜੇ ਭਗਤ ਨੇ ਇਹ ਸਾਰੇ ਪਰਮਾਤਮਾ ਹੀ ਹਨ, ਰੱਬ ਹੀ ਹਨ, ਉਹਦਾ ਰੱਬ ਰੂਪ ਹੋ ਚੁੱਕੇ ਹਨ। ਉਹਨਾਂ ਦੇ ਵਿੱਚ ਸਾਰੇ ਗੁਣ ਜਿਹੜੇ ਪਰਮਾਤਮਾ ਬਾਰੇ ਵਾਲੇ ਆ ਗਏ। ਸੋ ਜੋ ਜਨ ਪਰਮਿਤ ਪਰਮਨ ਜਾਨਾ, ਜਿਸ ਪਰਮਾਤਮਾ ਦੀ ਹੱਦ ਬੰਦੀ, ਹੱਦ ਬੰਨਾ ਕੋਈ ਨਹੀਂ। ਜੇ ਕੋਈ ਦਾਵਾ ਕਰੇ ਵੀ ਮੈਂ ਉਸ ਪਰਮਾਤਮਾ ਨੂੰ ਆਪਣੀ ਕਲਪਨਾ ਦੇ ਨਾਲ ਤੁਹਾਨੂੰ ਦੱਸ ਸਕਦਾ ਹਾਂ, ਤੇ ਉਹ ਇਸ ਤਰ੍ਹਾਂ ਦੱਸਿਆ ਨਹੀਂ ਜਾ ਸਕੇਗਾ, ਇਸ ਤਰ੍ਹਾਂ ਜਾਣਿਆ ਨਹੀਂ ਜਾ ਸਕੇਗਾ। ਮੁਕੰਮਲ ਸਰੂਪ ਉਸ ਦਾ ਦੱਸਿਆ ਨਹੀਂ ਜਾ ਸਕੇਗਾ।
क्योंकि ਜਿਹੜਾ ਦੱਸਣ ਦਾ ਦਾਵਾ ਕਰਦਾ ਭਗਤ ਕਬੀਰ ਜੀ ਕਹਿੰਦੇ ਉਹ ਨਿਰਾ ਹੀ ਝੂਠ ਬੋਲਦਾ, ਬਾਤਨ ਹੀ ਬੈਕੁੰਠ ਸਮਾਨਾ। ਉਹ ਨਿਰੀਆਂ ਗੱਲਾਂ ਦੇ ਨਾਲ ਹੀ ਬੈਕੁੰਠ ਜਾਂ ਸੱਚਖੰਡ ਦੀ ਗੱਲ ਕਰਦਾ ਹੈ। ਆਖਰੀ ਪੰਕਤੀ ਵਿੱਚ ਭਗਤ ਜੀ ਨੇ ਦੱਸਣਾ ਪਿਆ ਬੈਕੁੰਠ ਕਿਹਨੂੰ ਕਹਿੰਦੇ ਨੇ। ਪਹਿਲਾਂ ਬੈਕੁੰਠ ਬਾਰੇ ਵਿਚਾਰਾਂ ਨੇ, ਸਵਾਲ ਨੇ। ਆਖਰੀ ਪੰਕਤੀ ਵਿੱਚ ਭਗਤ ਕਬੀਰ ਜੀ ਨੇ ਦੱਸਿਆ ਵੀ ਬੈਕੁੰਠ ਕਿਹਨੂੰ ਕਹਿੰਦੇ ਨੇ। ਬਾਤਨ ਹੀ, ਬਾਤਨ ਮਤਲਬ ਗੱਲਾਂ ਦੇ ਨਾਲ ਹੀ। ਧਿਆਨ ਦੇਣਾ, ਦੁਨੀਆ ਦੇ ਵਿੱਚ ਇੱਕ ਤੇ ਉਹ ਲੋਕ ਨੇ ਜਿਹੜੇ ਬਿਜ਼ਨਸ ਕਰਦੇ ਨੇ, ਗੱਲਾਂ ਦਾ ਖੱਟਿਆ ਖਾਂਦੇ ਹਨ। ਉਹ ਲੋਕ ਨੇ ਜਿਹੜੇ ਬਿਜ਼ਨਸ ਕਰਦੇ ਨੇ, ਉਹਨਾਂ ਨੇ ਗੱਲਾਂ ਕਰਕੇ ਗਾਹਕ ਨੂੰ ਫਸਾਉਣਾ ਹੀ ਹੈ, ਉਹ ਤੇ ਰੋਜੀ ਰੋਟੀ ਕਮਾਉਂਦੇ ਹੀ ਨੇ। ਇੱਕ ਧਰਮ ਦਾ ਚੋਲਾ ਪਾ ਕੇ ਵੀ ਸਤਸੰਗਤ ਜੀ ਦੁਨੀਆ ਨੂੰ ਐਵੇਂ ਹੀ ਭਰਮ ਤੇ ਭੁਲੇਖਿਆਂ ਦੇ ਵਿੱਚ ਪਾ ਕੇ ਆ ਤੈਨੂੰ ਮੈਂ ਆਹ ਦੱਸਦਾ, ਆ ਤੈਨੂੰ ਮੈਂ ਉਹ ਦੱਸਦਾ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਤੈਨੂੰ ਸਹਿਜ ਦਾ ਮਾਰਗ ਦੱਸਦੇ ਆ, ਤੇ ਹੌਲੀ ਹੌਲੀ ਤੁਰਿਆ ਰਹੋ, ਹੌਲੀ ਹੌਲੀ ਤੁਰਿਆ ਰਹੋ। ਤੁਰਿਆ ਬੰਦਾ ਕਿਧਰੇ ਨਾ ਕਿਧਰੇ ਪਹੁੰਚਦਾ। ਭਗਤ ਕਬੀਰ ਜੀ ਦੀ ਹੋਰ ਇੱਕ ਪੰਕਤੀ ਪੜ੍ਹਦੇ ਹਾਂ, ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਉਹ ਸਹਿਜ ਬਿਲੋਵ ਜੈਸੇ ਤਤ ਨਾ ਜਾਈ। हर का बिलोव ना मन का विचारा। विचार के देख तेनू पता लग जाएगा, हौली हौली रिड़क के देख तू कढ़ लेगा घ्यो, तू कढ़ लेगा मक्खन। हौली 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 सहज। रंग लागत, लागत लागत है छेती छेती मूँह दे विच ग्राही पाउण नाल जीव सड़ जांदी है। रोटी तो भुख मिटाउंदी है, तवे तो लत्थी तत्ती रोटी कोई खा के देखे, एकदम मूँह दे विच पा के देखे, सब्र करना पएगा ना। उसने बुल जीव साड़ देनी है, मूँह च छाले पा देने ने। गर्म गर्म तत्ती तत्ती सब्जी लत्थी मूँह च दाल पा के देखो, छाले पा देगी। हौली हौली एडी वड्डी दात है नाम, एडा वड्डा सब्जैक्ट है परमात्मा। जे कोई अज कोई अमृत छके, ध्यान देना, अज किसी ने अमृत छकिया तो अगले दिन गुरुद्वारा साहब आके ये गल शुरू कर दे भी दस दिओ दरगाह किनू कहंदे ने, रोम रोम ध्योना किनू कहंदे ने, बैकुंठ किनू कहंदे है, धर्म खंड कर्म खंड सच खंड बैकुंठ आ ओ किनू कहंदे ने। ते एक हासे वाली गल होएगी। सो जे कोई दाखल होया, पहला फटियां चकाउंदे सी कलम, कलम दे नाल फटियां ते पूरने पाउंदा सी मास्टर, ते फिर ओहदे उत्ते पहला अपना साडा हत्थ फड़ के ना सारियां नूं इदां ही लिखाया। जिहड़े पुराने मास्टर सी साडा हत्थ फड़दे सी, पेंसिल परा पेन निभ वाले वो फड़ के ते सानूं इदां आप हत्थ नाल लिखाउंदे हुंदे सी। पहलां ही कोई भलवान नहीं बन गया अखाड़े विच, वो हौली हौली डंड बैठक मार के भलवान बनया, खुराकां खा के भलवान बनया। कोई सीधा PhD नहीं कर गया, उन्होंने पहला कच्ची पक्की, उन्होंने नर्सरी LKG UKG फस्ट, उन्होंने प्राइमरी मिडल मैट्रिक करन तो बाद फिर हायर सैकेंडरी अगे जाके फिर जाके कोई BA MA MA जां होर डिग्रियां उसनों करनियां पैंदियां ने। पहली पौड़ी ते पैर ते रखना पैंदा, सीधा कोई 20वीं पौड़ी ते नहीं चढ़ जाता, 10वीं पौड़ी ते नहीं छाल मार दिंदा। एक एक डंडे ते चढ़दा चढ़दा भावें 100 डंडा होवे उत्थे पहुँच जाएगा। जे हुण कहे भी अज ही मैं गुरु वाला बनया, अज मैं आया ते अज ही मैं हुण सब कुछ चौधरी बन जावां ते गुस्ताखी माफ। जिसने खंडे बाटे दा अमृत छकिया वो अज जम्मिया है। गुरु गोबिंद सिंह ने क्या, मेरे पुत्रा मैं तेरी उम्र उदन तू शुरू करांगा जिस दिन तू खंडे बाटे दी पौल लावा लेगा।
जे कोई 15 20 25 30 साल का खंडे वाटे का अमृतधारी है तो जे कोई 70 80 साल का 10 दिन तो सत्संग जी गुरु गोबिंद सिंह का पुत्र बनता है तो उसकी आयु गुरु गोबिंद सिंह ने 10 दिन कहनी है। जिसनों 10 दिन खंडे वाटे का अमृत छके हो गया, जिसनों 30 साल हो गए भावें उसकी उम्र 40 साल है उसकी उम्र 30 साल गिनी जानी है। ये साडे गुरुआं ने सानू क्लीयर किया है। ते जिन्ने पिछले माड़े कर्म ने वो खत्म, ये भी गुरु ने गारंटी दी है ते गुरु ने ये बिल्कुल साडे नाल वादा किया है। सो भगत कबीर जी कह रहे ने, कहते बातन ही बैकुंठ समाना। वो एवं गल्लां दे नाल निरीआं गल्लां दे नाल गपौड़ी जड़े गप्पां मारदे ने। तुसीं देखना ये ਜਿਹੜੇ ਕਰਮਕੰਡੀ ਤੇ ਪਖੰਡੀ ਲੋਕ ਹੁੰਦੇ ਨੇ, ਕਈ ਬੈਠੇ ਨੇ ਸਤਸੰਗ ਜੀ ਹੱਥ ਦੇਖਦੇ ਨੇ ਟੇਵੇ ਬਣਾਉਂਦੇ ਨੇ ਤੇ ਉਹ ਸਾਨੂੰ ਸਾਡਾ ਫਿਊਚਰ ਦੱਸਦੇ ਨੇ। ਉਹਨਾਂ ਨੂੰ ਆਪਣੇ ਫਿਊਚਰ ਦਾ ਪਤਾ ਨਹੀਂ ਹੁੰਦਾ, ਦੂਸਰੇ ਨੂੰ ਫਿਊਚਰ ਦੱਸਦੇ ਨੇ। ਆਪ ਉਸ ਨੂੰ ਕੋਈ ਰਾਹ ਦਾ ਪਤਾ ਨਹੀਂ ਹੁੰਦਾ, ਦੂਸਰੇ ਨੂੰ ਰਾਹ ਦੱਸਦੇ ਨੇ। ਆਪਣੀ ਰੋਜੀ ਰੋਟੀ ਚੱਲਦੀ ਨਹੀਂ, ਦੂਜੇ ਨੂੰ ਸ਼ਾਹੂਕਾਰ ਬਣਾ ਦਿੰਦੇ ਨੇ। ਗੱਲਾਂ ਨੇ ਦਾ ਪੈਸੇ ਠੱਗ ਕੇ ਸ਼ਾਹੂਕਾਰ ਬਣਾ ਦਿੰਦੇ ਨੇ। ਇਸੇ ਤਰ੍ਹਾਂ धार्मिक अखौती धार्मिक आगू जिहड़ा वो भी अपने लालच नूं पूरा करन दे लई, तुसीं बड़ी बार सुनिया वो सारियां हद्दां पार कर जांदा है। नहीं तो तुसीं पढ़िया सुनिया होएगा कई धार्मिक चोले वाले बद चलन निकलते ने, करैक्टरलैस निकलते ने और उन्होंने अरैसट करके सलाखां दे पिछे सुट दिता जाता है। असी तो उन्होंने आ समझिया सी, भगत कबीर जी कहते सी वो गालड़ी सी कौन, वो बातन ही आसमान गरावै। ये सन कैटागरी वाले बातन ही बैकुंठ समाना। वो गल्लां दे नाल ही कहंदे ने, वो पुठे सीधे तरीके दसदे ने भी इस तरीके दे नाल चल तैनूं वो जोत दिखाईए, चल तैनूं रब दे नाल मिलाईए। ये रब ते सहज 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 मार्ग है। सहज अवस्था सानूं गुरु ग्रंथ साहिब दे विच आखिया। सो भगत जी बहुत प्यारियां बड़ियां बड़ियां कमाल दीयां बातां सानूं सुना रहे ने। कहंदे ना जाना बैकुंठ काहीं, मैनू नहीं पता जां उस अखौती नूं नहीं पता पै बैकुंठ कित्थे है। बैकुंठ कित्थे है क्योंकि वो आप गया नहीं, वो आप गया नहीं। मैं अमरीका बारे गल्लां तुहाडे नाल करी जावां, यूरोप बारे करी जावां, इंग्लैंड बारे करी जावां, मैं उत्थे गया ही नहीं। जे मैं गया तो जिहड़ी मेरी कही हुई गल है ना उहदे विच बड़ी भाव होएगा, इंटरस्ट होएगा जे मैं उत्थे गया होवांगा। जे मैं सुनी सुनाई गल कह रहा होवांगा तो तां भी पता लग जाता है भी ये बंदा गया नहीं, ये कोई बाहरों पढ़ के सुनी सुनाई गल करदा। जिहड़ा उत्थे रह के आया होवे, उस देश विच रह के आया होवे, ओदी गलबात जिहड़ी है बड़ी डूंगी हुंदी है, बड़ी दिलचस्पी वाली हुंदी है, बड़ी भाव वाली हुंदी है और पता लग जाता है भी ये वासी है। पता लग जाता है भी ये बेगमपुर दा वासी है। पता लग जाता है भी ये सचखंड दा वासी है। मर के सचखंड दा वासी ना कोई समझे, ਜਿਉਂਦੇ ਜੀਵੀ ਸੱਚਖੰਡ ਵਾਸੀ रूहां बनदियां हन हुंदियां हन। हर जन ऐसा चाहिए जैसा हर ही होए। मैं शुरू च बेनती की परमात्मा नूं बैकुंठ नूं पाउण दे लई परमात्मा वर्गा बनना पेगा। जदों कोई जिदन कोई परमात्मा वर्गा बन गया उस दिन ही परमात्मा मिल जाएगा। जदों तक ये खुद परमात्मा बनता नहीं उदों तक परमात्मा भी नहीं मिलना। ना जाना बैकुंठ काहीं, जान जान सब कहे तहाँ ही। सारे लोग कहते ने मैं भी चलना, मैं भी पहुँचना, मैं भी जाना, मैं भी जाना, मैं भी जाना। कित्थे जाना? जे तेरे को कोई साधन नहीं तो तू किवें जाएगा? तू दरगाह बैकुंठ नूं जाना है, तेरे को कोई साधन नहीं, कोई रास्ता नहीं, कोई किसी चीज़ बारे ज्ञान नहीं तो तू किवें बैकुंठ पहुँच सकदा है। भगत कबीर जी कहते सुनी जा, तैनूं अखीर विच दसदे हां। कहन कहावन नह पते आई है,
ਗੱਲਾਂ ਕਰਨ ਦੇ ਨਾਲ ਪਰਮਾਤਮਾ ਭਤੀਜਦਾ ਨਹੀਂ, ਭਤਿਆ ਨਹੀਂ ਸਕਦੇ, ਉਸ ਨੂੰ ਤਸੱਲੀ ਕਰਾ ਨਹੀਂ ਸਕਦੇ। ਕਹਿਨ ਕਹਾਵਨ ਨਹਿ ਭਤਿਆਈ ਹੈ, ਤਉ ਮਨ ਮਾਨੇ ਜਾਤੇ ਹਉਮੈ ਜਈ ਹੈ। ਸੋ ਮਨ ਨੂੰ ਤਸੱਲੀ ਨਹੀਂ ਹੋ ਸਕਦੀ ਕੇਵਲ ਕਹਿਣ ਕਹਾਉਣ ਨਾਲ। ਮੈਂ ਤੁਹਾਨੂੰ ਵਾਹਿਗੁਰੂ 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 10 ਮਿੰਟ 15 ਮਿੰਟ 20 ਮਿੰਟ ਜਪਾ ਸਕਦਾ, ਤੁਸੀਂ ਵੀ ਪਿੱਛੇ ਬੋਲੀ ਜਾਣਾ ਵਾਹਿਗੁਰੂ 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 ਮੈਂ ਜਪਾ ਸਕਦਾ, ਤੁਸੀਂ ਵੀ ਜਪੀ ਜਾਣਾ। ਨਿਆਣੇ ਵੀ 1 ਦੂਣੀ 2 ਦੂਣੀ 4 ਪੜ੍ਹਦੇ ਆ ਨਾ, ਉਹ ਵੀ ਪੜ੍ਹੀ ਜਾਂਦੇ ਨੇ। ਸਾਰਿਆਂ ਨੂੰ ਉਹ ਚੀਜ਼ ਦ੍ਰਿੜ ਨਹੀਂ ਹੁੰਦੀ, ਸਾਰਿਆਂ ਨੂੰ ਉਹ ਯਾਦ ਨਹੀਂ ਹੁੰਦੀ। ਉਹ ਇੱਕ ਵਾਰੀ ਤੇ ਪਿੱਛੇ ਲੱਗ ਕੇ ਬੋਲ ਕੇ ਪੜ੍ਹ ਦਿੰਦੇ ਨੇ, ਦੂਜੀ ਵਾਰ ਉਹ ਧਿਆਨ ਨਹੀਂ ਦਿੰਦੇ, ਉਹਨਾਂ ਨੂੰ ਭੁੱਲ ਜਾਂਦੀ ਹੈ। ਜਾਂ ਪ੍ਰੋਪਰ ਫਾਰਮੂਲਾ ਨਾ ਯਾਦ ਹੋਵੇ ਤੇ ਜਿਹੜਾ ਰੱਟ ਕੇ ਯਾਦ ਕਰਨਾ, ਇਹ ਵੀ ਕੰਮ ਨਹੀਂ ਆਉਂਦਾ। ਰਟੀ ਹੋਈ ਚੀਜ਼ ਨੂੰ ਘੋਟਾ ਕਹਿੰਦੇ ਨੇ, ਤੇ ਕਈ ਵਾਰ ਬੰਦਾ ਉਹ ਫੇਲ ਹੋ ਜਾਂਦਾ। ਜਿਹੜਾ ਪ੍ਰੋਪਰ ਫਾਰਮੂਲੇ ਨੂੰ ਜਾਣਦਾ, ਬਾਹਰੋਂ ਵੀ ਕੋਈ ਗਣਿਤ ਦਾ ਸਵਾਲ ਮੈਥ ਦਾ ਆ ਜਾਏ ਉਹ ਕੱਢ ਲੈਂਦਾ। ਫਾਰਮੂਲਾ ਚਾਹੀਦਾ। ਸੋ ਸਾਧ ਸੰਗਤ ਜੀ, ਗੁਰੂ ਨਾਨਕ ਦੀ ਬਾਣੀ ਸਾਨੂੰ ਫਾਰਮੂਲਾ ਹੀ ਦੱਸਦੀ ਹੈ। ਵਾਹਿਗੁਰੂ 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 ਤੇ ਅਸੀਂ ਕਹਿ ਦੇਣਾ, ਅਸੀਂ ਜਪ ਲੈਣਾ, ਪਰ ਵਾਹਿਗੁਰੂ ਹੈ ਕਿ ਵਾਹਿਗੁਰੂ ਰਹਿੰਦਾ ਕਿੱਥੇ ਹੈ, ਇਹ ਤੇ ਪਤਾ ਹੋਣਾ ਚਾਹੀਦਾ। ਇਹ ਤੇ ਪਤਾ ਹੋਣਾ ਚਾਹੀਦਾ। ਧਿਆਨ ਦੇਣਾ, ਅਸੀਂ 200 ਜਾਂ 300 ਕਿਲੋਮੀਟਰ ਕਿਸੇ ਰਿਸ਼ਤੇਦਾਰ ਖਾਸ ਨੂੰ ਮਿਲਣ ਚੱਲੇ ਹਾਂ, ਵਿਆਹ ਸ਼ਾਦੀ ਲਾ ਲਓ। ਜਦੋਂ ਉਹ ਸ਼ਹਿਰ, ਜਦੋਂ ਉਹ ਪਿੰਡ ਸਾਡੇ ਲਾਗੇ ਆਈ ਜਾਂਦਾ, ਲਾਗੇ ਆਈ ਜਾਂਦਾ ਨਾ, ਧਿਆਨ ਦੇਣਾ, ਬੜਾ ਸੌਖਾ ਸਮਝ ਲੱਗ ਜਾਏਗੀ। ਜਦੋਂ ਉਹ ਸ਼ਹਿਰ ਦੇ ਜਾਂ ਰਿਸ਼ਤੇਦਾਰਾਂ ਦਾ ਘਰ ਲਾਗੇ ਆਈ ਜਾਂਦਾ, ਬੰਦਾ ਸੁਆਰਾ ਹੋਈ ਜਾਂਦਾ, ਆਪਣੇ ਕੱਪੜੇ ਸਹੀ ਕਰੀ ਜਾਂਦਾ, ਪੱਗ ਸਹੀ ਕਰੀ ਜਾਂਦਾ ਵੀ ਆ ਗਿਆ ਘਰ। ਜਾਂ ਕੋਈ ਸਹੁਰਿਆਂ ਦੇ ਜਾਂਦਾ ਹੈ ਨਾ, ਤੇ ਉਹ ਆਪਣੇ ਜਦੋਂ ਸਹੁਰਿਆਂ ਦੇ ਪਿੰਡ ਦੇ ਲਾਗੇ ਪਹੁੰਚਦਾ, 1-2 ਕਿਲੋਮੀਟਰ ਪਹੁੰਚਦਾ, ਨੈਚੁਰਲੀ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਸ਼ੁਰੂ ਕਰ ਦਿੰਦਾ। ਉਹ ਆਪਣੇ ਸਰੀਰ ਨੂੰ ਵਧੀਆ ਕਰਕੇ ਜਿਹੜਾ ਕੱਪੜਿਆਂ ਨੂੰ ਸਿੱਧਾ ਕਰਨਾ ਸ਼ੁਰੂ ਕਰ ਦਿੰਦਾ ਵੀ ਮੰਜ਼ਿਲ ਆ ਗਈ ਹੈ। ਤੇ ਜੇ ਕਿਸੇ ਨੂੰ ਪਤਾ ਹੀ ਨਾ ਹੋਵੇ, ਗੱਡੀ ਤੇ ਕੋਈ ਬਹਿ ਜਾਵੇ ਤੇ ਗੱਡੀ ਚਲੀ ਜਾਏ, ਪਤਾ ਹੀ ਨਾ ਹੋਵੇ ਵੀ ਜਾਣਾ ਕਿੱਥੇ ਹੈ, ਨਾ ਚਾਅ ਰਹੇਗਾ, ਨਾ ਕੋਈ ਖਿੱਚ ਰਹੇਗੀ, ਤੇ ਨਾ ਕੋਈ ਮੰਜ਼ਿਲ ਪ੍ਰਾਪਤ ਹੋਏਗੀ। ਜਾਣਾ ਕਿੱਥੇ ਹੈ? ਅਸੀਂ ਜਾਣਾ ਕਿੱਥੇ ਹੈ? ਅਸੀਂ ਜਾਣਾ ਉਸ ਦੇਸ਼ ਹੈ ਜਿਹਨੂੰ ਕਹਿੰਦੇ ਨੇ ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੀ ਜੀਓ। ਅਸੀਂ ਜਾਣਾ ਬੇਗਮਪੁਰਾ ਸ਼ਹਿਰ ਕੋ ਨਾਉ, ਦੋ ਕਿਆਂ ਦੋਹ ਨਹੀਂ ਤੇ ਠਾਓ। ਐਦਾਂ ਕੋਈ ਨਾ ਸਮਝੇ ਵੀ ਜਿਵੇਂ ਸਾਡੇ ਸਰੀਰ ਨੇ ਖਤਮ ਹੋਣਾ ਤੇ ਫਿਰ ਉਹਦੇ ਬਾਅਦ ਅਸੀਂ ਨਾ ਸੱਚਖੰਡ ਨੂੰ ਤੁਰਨਾ। ਉਹ ਨਹੀਂ, ਜਿਉਂਦੇ ਜੀ ਮਹਾਰਾਜ ਜੀ ਕਹਿੰਦੇ ਜਾਇਆ ਜਾਂਦਾ, ਮਰਨ ਤੋਂ ਬਾਅਦ ਕਿਸੇ ਨੇ ਕਿਸੇ ਨੂੰ ਦੱਸਿਆ ਨਹੀਂ, ਨਾ ਕੋਈ ਪੁੱਛ ਸਕਿਆ ਭਾਈ ਭੈਣੇ ਕਿੱਥੇ ਗਿਆ ਗਈ, ਕਿੱਥੇ ਅੱਜ ਕੱਲ੍ਹ ਰਹਿੰਦੀ ਹੈ, ਕੋਈ ਦੱਸਦਾ? ਜਿਉਂਦੇ ਜੀ ਅਭਿਆਸੀ ਪੁਰਖ, ਕੋਈ ਮਹਾਨ ਪੁਰਖ ਸੰਤ ਮਹਾਤਮਾ, ਉਹ ਸਤਸੰਗਤ ਜੀ ਦੱਸ ਸਕਦਾ। ਬਾਬਾ ਨਾਨਕ ਸਰੀਰ ਦੇ ਵਿੱਚ ਰਹਿ ਕੇ ਦੱਸਦੇ ਨੇ। ਹੁਣ ਤੇ ਉਹਨਾਂ ਦੀ ਬਾਣੀ ਹੈ ਨਾ, ਜੇ ਬਾਣੀ ਨਾ ਹੋਵੇ ਫਿਰ ਕਿੱਥੋਂ ਦੱਸਣ? ਉਹ ਦੱਸਦੇ ਨੇ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਸੋੜ ਕੋੜ ਗਤਾ ਭਾਲ ਲੱਗੇ ਵੇਦ ਕਹਿਣਗਵਾਦ। ਉਹ ਉਹਨਾਂ ਦੇ ਕੋਲ ਕੋਈ ਇੱਦਾਂ ਦੀ ਤਕਨੀਕ ਨਹੀਂ ਜਿਸ ਦੇ ਨਾਲ ਉਹਨਾਂ ਨੇ ਲੱਖਾਂ ਦੇਖ ਲਏ। ਇਹਦਾ ਮਤਲਬ ਕੋਈ ਸ਼ਕਤੀ, ਕੋਈ ਤਾਕਤ ਹੁੰਦੀ ਹੈ ਜਿਹੜੀ ਸਾਨੂੰ ਉਹ ਚੀਜ਼ ਦਾ ਗਿਆਨ ਕਰਵਾ ਦਿੰਦੀ ਹੈ ਜਿਸ ਨੂੰ ਕਹਿੰਦੇ ਨੇ ਨਿਰਗੁਣ ਸਰੂਪ। ਸਰਗੁਣ ਸਰੂਪ ਬਾਣੀ ਵਿੱਚ ਲਿਖਿਆ, ਨਿਰਗੁਣ ਸਰੂਪ ਲਿਖਿਆ, ਔਰ ਉਹ ਲਿਖਿਆ ਵੀ ਜਿਹੜਾ ਦਿਸਦਾ ਨਹੀਂ, ਵਿਆਪਕ ਹੈ, ਸਰਬ ਵਿਆਪਕ ਹੈ। ਜਿਹੜਾ ਜਲੇ ਹਰੀ ਥਲੇ ਹਰੀ ਇਹਾਂ ਹਰੀ ਉਹਾਂ ਹਰੀ, ਉਹਦੇ ਬਾਰੇ ਜਾਣਨਾ ਜਿਹੜਾ ਉਹ ਸੌਖਾ ਨਹੀਂ ਹੈ। ਉਹ ਸਤਿਪੁਰਖ ਕੇਵਲ ਜਾਣ ਸਕਦਾ। ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ ਜਿਹੜੀ ਚੀਜ਼ ਸਾਡੇ ਸਾਹਮਣੇ ਹੈ। ਤੁਸੀਂ ਮੈਨੂੰ ਬੋਲਦੇ ਨੂੰ ਦੇਖਦੇ ਹੋ ਤੇ ਮੈਨੂੰ ਸੁਣਦੇ ਹੋ।
हो सकता किसी की कमाई होवे, ओदा शरीर चलिया जाए, पर ओदे बोल जिहड़े ने काम करदे होण, ये तो फिर बहुत वड्डा विशा होर ही बन जाना है। इधर चलीए जिधर जा रहे हैं। किसी का शरीर ना होवे पर उसके बोल सुनते होण, ये भी एक अवस्था है। शरीर ना होवे बोल सुनते होण, पता किहदे बोल बोल सुनते ने? जिहदे नाल हद तो वध प्यार हुंदा है। जदों कोई अपने परिवार दे विचों कोई जी चला जाता है तो कई बार ओदियां गल्लां ओदे बोल दिल नूं तड़फाउंदे ने कि नहीं? वो तो एक इंसान दे बोल ने, आम ही गल्लां ने, प्यार वालियां कीतियां हुंदियां ने, ओही दिल नूं सतसंगत जी चीर के रख दिंदे ने। ते जिहड़े रब्बी बोल ने, जिहड़े सतगुर दे बोल ने, गुरमुख जां सतपुरख दे बोल ने, तो जदों सत्संग जी भावें उसका शरीर है या नहीं, जिवें साडे भगत भट्ट सिख ते गुरु इन्हां दे शरीर नहीं, पर जो वो बोल गए ना, हर प्रेम बाणी मन मारिया अनियाले अनिया राम राजे, वो चोट बहुत लाउंदे ने। क्योंकि उन्हां दे जिहड़े बोल ने ना, कमाई वाले बोल ने। जिन्नी बाणी है कमाई है, कमाई ये भगतां दी कमाई है। दसा नौहां दी किसी ने किरत की होवे ना, उन्होंने बरकतां बहुत पैंदियां ने, बड़ी बरकत आउंदी है। बाबे नानक ने 20 रुपए की कमाई, एक ते ओ सौदा, एक बाणी रूपी सौदा, इन्नी कमाई की। एक एक बोल जिहड़ा है वो सत्संग जी अनगिनत रूहां नूं अज भी तारदा ते आउण वाले समय विच भी तारेगा। पर जिहड़ा ओदी गल करदा है वो ओदा प्यारा होना चाहिए, वो बंदा परफेक्ट होना चाहिए, वो सोच दा आचरण दा उच्चा ते सुचा होना चाहिए, वो प्रेमी नेमी वो वखरा होना चाहिए संसार दी भीड़ नालों। ते फिर वो कुछ ना कुछ दस सकदा है। उन्हां बारे लिखिया नानक कोटन मैं को नारायण जय चीत। वो भगत कबीर जी वर्गे होंदे है, वो फिर सानू दस दिंदे ने भी बैकुंठ की है। आखिरी पंक्ति आ रही है, तो मन माने जाते होमे जई है, मन नू धीरज संतोख सबर शांति उदों आउंदी है जदों मन विचों हंकार दूर होवे। तो मन माने जाते होमे जई है, जब लग मन बैकुंठ की आस, तब लग होए नहीं चरण निवास। लो जी आ विचा होर पासे ही हुण चल पिया, पर इहदे विच ज्ञान ते है। देखो ये गल कहते चेते रखने वाली है भी ठीक है, बैकुंठ दी तांग जड़ी वो है, वो लगी हुई है, जानकारी है। किधरे वो चीज़ की प्राप्ति वाल केवल उधर तकण दे नाल अपने जो गुरु द्वारा लाए फर्ज ने। जे किधरे वो बंदा भुल जे नहीं तो मैं जी आज जिवें कोई जिद करदा मैं ये चीज़ लैनी 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 लैनी, उदाहरण दिन्ने आ तां सौखा समझ लग जाए। जिवें कोई 20,000 वाली चीज़ होवे, बंदा 5,000 ना खर्चण वाला होवे, न्याणा जिद करे मैं ये लैनी है मैं ये लैनी, उहदा ध्यान उधर ही जांदा है उधर ही जांदा है, होर चीज़ां नूं भुल ही जांदा, बाकी खेडां नूं भुल जांदा। ध्यान देना, न्याणे नूं जदों कोई वड्डी महंगी चीज़ किसी बाजार किसी मेले में दिस पे, वो छोटियां जिहड़ियां चीज़ां हत्थ विच खिडौने हुंदे, वो चक के परे मारदा। तुसीं देखे होवेगा, असीं भी देखिया ते बचपन में इदां इंज कीता ही ने। दूजे बच्चे दा सोहना खिडौना वड्डा खिडौना देख के वो छोटा खिडौना वगा के मारदा, मां नूं कहंदा प्यो नूं कहंदा मैनूं इहदे नाल दा चाहीदा। इदां ना बैकुंठ बारे तुसीं सुनिया, सचखंड बारे मैं भी सुनिया। हाँ जी, सानू सारिਆਂ ਨੂੰ ਇਹ ਇੱਛਾ पैदा हो जाए भी असीं ते बैकुंठ जाना, असीं ते सचखंड जाना, ते ਜਿਹੜੇ सचखंड ਦੇ उस घर ਨੂੰ दरवाजे ਜਾਂ ਰਾਹ ਜਾਂਦੇ ਨੇ, ਉਹ ਰਾਹ ਬੰਦ ਕਰਕੇ बैठे रहिए तो बैकुंठ किदां पहुँचेगा बई। किसी महल विच जाना उन्होंने राह चाहिए है। जमीन भावें किसी की 10 किले होवे, उन्होंने राह ना होवे ते ट्रैक्टर कित्थों गड्ढा कित्थों लगाउणा है, राह ते चाहिए ना।
ਗੁਰਮਤ ਵਾਲਾ ਰਸਤਾ ਤੇ ਚਾਹੀਦਾ ਨਾ। ਗੁਰਮਤ ਦੇ ਰਸਤੇ ਦੇ ਵਿੱਚ ਪਤਾ ਕੀ ਕੀ ਹੁੰਦਾ? ਸੇਵਾ, ਸਿਮਰਨ, ਦਇਆ, ਪੁੰਨ, ਪ੍ਰੇਮ, ਆਪਸੀ ਭਾਈਚਾਰਾ, ਪਿਆਰ, ਸ਼ਰਧਾ, ਭਰੋਸਾ, ਇਹ ਚੀਜ਼ਾਂ ਨੇ ਬੈਕੁੰਠ ਤੱਕ ਪਹੁੰਚਣ ਦੀਆਂ। ਤੇ ਜੇ ਉਹਨਾਂ ਦੀ ਜਿੱਦ ਕਰਨ ਨਹੀਂ ਤੇ ਮੈਨੂੰ ਤਾਂ ਸਿੱਧਾ ਹੀ ਚੜਾ ਦਿਓ ਜੀ, ਸਿੱਧਾ ਚੜਾ ਦਿਓ। ਬੜਾ ਔਖਾ ਹੈ, ਸਿੱਧਾ ਚੜ੍ਹਨਾ ਬੜਾ ਔਖਾ ਹੈ। ਉਹ ਹੋਰ ਕੁਝ ਸਿੱਧੇ ਚੜਾ ਦਿੰਦੇ ਹੋਣਗੇ, ਸਾਨੂੰ ਨਹੀਂ ਪਤਾ। ਪਰ ਸਾਡੇ ਬਾਬਾ ਨਾਨਕ ਕਹਿੰਦਾ ਤੂੰ ਤੇ ਜੋਦੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜੇ ਤੂੰ ਮੇਰੇ ਕੋਲ ਆਉਣਾ ਨਾ, ਤੈਨੂੰ ਉਸ ਤਲਵਾਰ ਦੀ ਖੰਡੇ ਦੀ ਧਾਰ ਤੇ ਤੁਰ ਕੇ ਆਉਣਾ ਪਏਗਾ। ਕੋਈ ਇਹ ਨਾ ਸਮਝ ਲੈਣਾ ਕੋਈ ਤਿੱਖੀ ਚੀਜ਼ ਦੇ ਉੱਪਰ ਤੁਰ ਕੇ ਜਾਣਾ ਪਏਗਾ, ਨਹੀਂ। ਦੁਨੀਆ ਦੇ ਵਿੱਚ ਵਿਚਰਨਾ, ਦੁਨੀਆ ਦੇ ਤਾਨੇ ਮਿਹਣੇ, ਦੁਨੀਆ ਦੀ ਲੋਕ ਲੱਜਿਆ, ਦੁਨੀਆ ਦੇ ਵਿੱਚ ਮੈਂ ਮੇਰੀ ਇਹ ਚੀਜ਼ਾਂ ਨੂੰ ਮਾਰਨਾ, ਮੇਰੀ ਇੱਜ਼ਤ ਹੋਵੇ, ਮੈਨੂੰ ਵਡਿਆਈ ਮਿਲੇ, ਮੇਰੀ ਸ਼ੋਭਾ ਹੋਵੇ, ਇਹ ਚੀਜ਼ਾਂ ਨੂੰ ਖਤਮ ਕਰਨਾ ਪੈਣਾ। ਇਹ ਖੰਡੇ ਦੀ ਧਾਰ ਤੇ ਤੁਰਨ ਦੇ ਸਮਾਨ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਰਸਤਾ ਅਖਤਿਆਰ ਕਰੇਗਾ, ਉਹ ਹੌਲੀ ਹੌਲੀ ਉਸ ਬੈਕੁੰਠ ਦਰਗਾਹ ਦੇ ਘਰ ਨੂੰ ਤੁਰਨਾ ਸ਼ੁਰੂ ਹੋ ਜਾਏਗਾ। ਜੇ ਨਿਆਣੇ ਵਾਂਗੂ ਜਿੱਦੀ ਕਰ ਲਈ ਨਹੀਂ ਤੇ ਮੈਨੂੰ ਜੀ ਆ ਦਿਓ, ਤੇ ਫਿਰ ਕਹਿੰਦੇ ਨੇ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਮਨ ਚਰਨਾਂ ਦੇ ਵਿੱਚ ਜੁੜੇਗਾ ਨਹੀਂ। ਪਹਿਲੀ ਤੋਂ ਸ਼ੁਰੂ ਕਰ, 10ਵੀਂ ਕਰਨੀ ਹੈ। ਤੇ ਆ ਮੈਂ ਰਾਤੀ ਪੜ੍ਹਿਆ, ਕੋਈ ਅਖਬਾਰ ਦੇ ਵਿੱਚ ਆਇਆ, ਉਹ ਕਹਿੰਦੇ ਤੁਹਾਨੂੰ ਸਿੱਧੀ 8ਵੀਂ 10ਵੀਂ ਤੇ 12ਵੀਂ ਕਰਾਉਂਦੇ ਆ। ਦੱਸੋ, ਉਹ ਐਡ ਆਈ ਆਪਣੇ ਇਲਾਕੇ ਦੀ, ਤੁਹਾਨੂੰ ਬੱਚਿਓ ਸਿੱਧੀ 8ਵੀਂ 10ਵੀਂ ਤੇ 12ਵੀਂ ਕਰਾਉਂਦੇ ਆ। ਉਹਨੂੰ ਪੁੱਛੇ ਪੜ੍ਹੇ ਲਿਖੇ ਨੂੰ ਵੀ ਤਜਰਬਾ ਤੇਰੇ ਬਾਪ ਨੇ ਦੇਣਾ ਉਹਨਾਂ ਨੂੰ? ਜਿਹੜਾ ਬੰਦਾ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਚੌਥੀ ਕਰਦਾ ਹੈ, 8ਵੀਂ 9ਵੀਂ 'ਚ ਪੜ੍ਹਦਾ ਹੈ, ਇੰਨਾ ਕੁਛ ਲਿਖਦਾ, ਇੰਨੀ ਜਾਣਕਾਰੀ ਪ੍ਰਾਪਤ ਕਰਦਾ, ਉਹ ਤਜਰਬਾ ਕਿੱਥੋਂ ਦੇਗਾ? ਸਰਟੀਫਿਕੇਟ ਦੇ ਭਾਵੇਂ ਮੁੱਲ ਲੈ ਲਓ, 10ਵੀਂ ਦਾ ਲੈ ਲਓ, 12ਵੀਂ ਦਾ ਲੈ ਲਓ, ਮੁੱਲ ਮਿਲ ਜਾਂਦੇ ਨੇ। ਬੜੀ ਇਮਾਨਦਾਰੀ ਇੱਥੇ ਰੱਖੀ ਹੈ ਸਾਡੇ ਲੋਕਾਂ ਨੇ, ਮਿਲ ਜਾਂਦੇ ਨੇ। ਗੱਲ ਉਹ ਨਹੀਂ ਹੈ ਜਦੋਂ ਜਿੱਥੇ ਜਾ ਕੇ ਸਾਡੀ ਇੰਟਰਵਿਊ ਹੋਣੀ ਹੈ ਨਾ, ਜਿੱਥੇ ਸਵਾਲ ਪੁੱਛੇ ਜਾਣੇ ਨੇ, ਪਤਾ ਤੇ ਉੱਥੇ ਲੱਗਣਾ। ਤੇਰੀ ਇਕੱਲੇ ਹੋਰ ਸਰਟੀਫਿਕੇਟ ਨਹੀਂ ਦੇਖਣੇ, ਕੇਵਲ ਤੇਰਾ ਚਿਹਰਾ ਨਹੀਂ ਦੇਖਣਾ, ਕੇਵਲ ਤੇਰੀ ਕੋਈ ਸਰੀਰ ਨਹੀਂ ਦੇਖਣਾ, ਤੂੰ ਕਿੰਨਾ ਸੋਹਣਾ ਲੀੜੇ ਕੱਪੜੇ ਪਾਏ ਇਹ ਨਹੀਂ ਦੇਖਣਾ, ਤੇਰਾ ਜੀਵਨ ਦੇਖਣਾ। ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ। ਇਸ ਕਰਕੇ ਤੇਰਾ ਜੀਵਨ ਦੇਖਣਾ, ਤੇਰਾ ਆਚਰਣ ਦੇਖਣਾ, ਤੇਰੀ ਸੋਚ ਦੇਖਣੀ, ਤੇਰੀ ਨੀਅਤ ਦੇਖਣੀ ਹੈ, ਤੇਰੀ ਭਾਵਨਾ ਦੇਖਣੀ ਹੈ, ਤੇਰੇ ਅੰਦਰ ਪ੍ਰੇਮ ਦੇਖਣਾ, ਸ਼ਰਧਾ ਦੇਖਣੀ, ਪ੍ਰੀਤੀ ਦੇਖਣੀ। ਉਹਦੇ ਕਰਕੇ ਤੈਨੂੰ ਟਿਕਟ ਮਿਲੇਗੀ ਕਿੱਥੇ ਦੀ? ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ ਜਹਾਜ਼, ਉਹਨੂੰ ਮਿਲਦਾ, ਸਭ ਨੂੰ ਨਹੀਂ। ਆਖਰੀ ਪੰਕਤੀ ਲਓ ਜੀ, ਕਬੀਰ ਜੀ ਕਹਿੰਦੇ ਹੁਣ ਦੱਸ ਦਿੰਦੇ ਆ ਬੈਕੁੰਠ ਕਿੱਥੇ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਜਿੰਨੇ ਤੁਸੀਂ ਬੈਠੇ ਹੋ ਇਹਨੂੰ ਕਹਿੰਦੇ ਨੇ ਬੈਕੁੰਠ। ਇੱਥੇ ਜੇ ਕੋਈ ਸਾਧ ਸੰਗਤ ਜੀ ਕਿਧਰੇ ਉਸ ਰੱਬ ਦੇ ਚਰਨਾਂ ਵਿੱਚ ਚਲਾ ਗਿਆ ਨਾ, ਕਿਧਰੇ ਗੁਰੂ ਦੀ ਗੋਦ ਵਿੱਚ ਕਿਸੇ ਦੇ ਸਵਾਸ ਚਲੇ ਜਾਣ, ਤੇ ਫਿਰ ਸਾਧ ਸੰਗਤ ਜੀ ਰੱਬ ਦੀ ਗੋਦ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਲੈ ਜਾਏਗੀ, ਜਿਹੜਾ ਅੰਦਰੋਂ ਤੇ ਬਾਹਰੋਂ ਜੁੜਿਆ ਹੈ। ਕਿਉਂਕਿ ਇਸ ਜਗ੍ਹਾ ਨੂੰ ਬੈਕੁੰਠ ਕਹਿੰਦੇ ਨੇ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਸਤਿਗੁਰ ਦੀ ਵੀ ਪੰਕਤੀ ਪੜ੍ਹਦੇ ਹਾਂ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਸੋ ਤੁਸੀਂ ਸਾਰੇ ਜਾਣੇ, ਭਗਤ ਕਬੀਰ ਜੀ ਕਹਿੰਦੇ ਬੈਕੁੰਠ ਵਿੱਚ ਆਏ ਹੋ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਜਿੱਥੇ ਰੱਬ ਦੀ ਸਿਫਤ ਹੁੰਦੀ ਹੈ, ਚਾਹੇ ਢੋਲਕੀ ਛੈਣੀਆਂ ਨਾਲ ਹੋਵੇ, ਚਾਹੇ ਢਾਡੀ ਵਾਰਾਂ ਨਾਲ ਹੋਵੇ, ਚਾਹੇ ਕੀਰਤਨ ਨਾਲ ਹੋਵੇ, ਚਾਹੇ ਕਥਾ ਨਾਲ ਹੋਵੇ, ਚਾਹੇ ਕਵਿਸ਼ਰੀ ਵੀਰ ਕਵਿਤਾ ਨਾਲ ਕਰਨ, ਜਿੱਥੇ ਰੱਬ ਦੀ ਸਿਫਤ ਹੋਵੇ ਉਹ ਜਗ੍ਹਾ ਬੈਕੁੰਠ ਹੈ। ਉਸ ਜਗ੍ਹਾ ਨੂੰ ਦਰਗਾਹ ਕਿਹਾ,
ਬਾਣੀ ਵਿੱਚ ਕਿਹਾ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਸੋ ਦੇਖੋ ਭਗਤ ਕਬੀਰ ਨੇ ਸਾਧ ਸੰਗਤ ਨੂੰ ਕਿੰਨਾ ਵੱਡਾ ਕਿਹਾ। ਜਦੋਂ ਕੋਈ ਸਾਨੂੰ ਪੁੱਛੇ ਨਾ ਵੀ ਤੂੰ ਕਦੀ ਦਰਗਾਹ ਗਿਆ, ਤੂੰ ਕਦੀ ਬੈਕੁੰਠ ਗਿਆ ਤੇ ਤੁਸੀਂ ਕਹਿ ਦਿਆ ਕਰੋ ਹਾਂ ਮੈਂ ਗਿਆ। ਪਰ ਜਿਸ ਤਰ੍ਹਾਂ ਜਾਣ ਲਈ, ਜਿਸ ਤਰ੍ਹਾਂ ਬੈਠਣ ਲਈ ਕਿਹਾ ਹੋਇਆ, ਜੇ ਉਸ ਤਰ੍ਹਾਂ ਗਿਆ ਤੇ ਜਿਵੇਂ ਤੁਸੀਂ ਪਿਛਲੇ ਦਿਨਾਂ ਵਿੱਚ ਵੀ ਸਰਵਣ ਕੀਤਾ ਵੀ ਇੱਥੇ ਭੈ ਤੇ ਭਾਉ ਦੇ ਵਿੱਚ ਬਹਿਣਾ, ਕੋਈ ਮਾੜਾ ਖਿਆਲ ਨਹੀਂ ਅੰਦਰ ਆਉਣਾ ਚਾਹੀਦਾ, ਕੋਈ ਦੂਜੀ ਗੱਲਬਾਤ ਇੱਕ ਦੂਜੇ ਨਾਲ ਨਹੀਂ ਹੋਣੀ ਚਾਹੀਦੀ। ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਨੂੰ, ਭਗਤਾਂ ਨੂੰ, ਸਿੱਖਾਂ ਨੂੰ, ਸ਼ਹੀਦਾਂ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਣਾ ਚਾਹੀਦਾ। ਸ਼ਹੀਦ ਹਾਜ਼ਰ, ਗੁਰੂ ਹਾਜ਼ਰ। ਤੇ ਜਦੋਂ ਗੁਰੂ ਹਾਜ਼ਰ ਦਾ ਉਹ ਜਗ੍ਹਾ ਬੈਕੁੰਠ ਹੈ, ਤੁਸੀਂ ਕਹਿ ਦਿਆ ਕਰੋ ਵੀ ਅਸੀਂ ਗਏ ਸੀ ਬੈਕੁੰਠ, ਤੂੰ ਭਰਾਵਾ ਸਾਨੂੰ ਨਵਾਂ ਬੈਕੁੰਠ ਨਾ ਦਿਖਾਈ। ਜੇ ਤੂੰ ਦਿਖਾਉਣ ਦਾ ਮੈਨੂੰ ਕੋਈ ਭਰੋਸਾ ਦੇਣਾ ਪਿਆ, ਮੈਂ ਤੇ ਆਪਣੇ ਗੁਰੂ ਨਾਨਕ ਦੀ ਗੋਦ ਵਿੱਚ ਬਹਿ ਕੇ ਉਹਦੀ ਸਿਫਤ ਸੁਣ ਕੇ ਰੋਜ਼ ਬੈਕੁੰਠ ਵਿੱਚ ਬਹਿਨਾ। ਤੇ ਜਿੱਥੇ ਚਲੋ ਜੇ ਤੁਸੀਂ ਕੋਈ ਅਸੀਂ ਇਹ ਮਤਲਬ ਸੋਚੀਏ ਵੀ ਹੋ ਸਕਦਾ ਹੈ ਉੱਥੇ ਉੱਪਰ ਕਿਤਰੇ ਹੋਏਗਾ, ਦਰਗਾਹ ਹੋਏਗੀ, ਉੱਥੇ ਰੂਹਾਂ ਬੈਠੀਆਂ ਹੋਣਗੀਆਂ ਤੇ ਉੱਥੇ ਰੂਹਾਂ ਜਿਹੜੀਆਂ ਨੇ ਉੱਥੇ ਕੋਈ ਖੇਡਾਂ ਖੇਡਦੀਆਂ ਹੋਣਗੀਆਂ। ਜੇ ਅਸੀਂ ਉਹ ਉਸ ਜਗ੍ਹਾ ਨੂੰ ਮੰਨ ਲਈਏ, ਕੋਈ ਸੱਜੇ ਖੱਬੇ ਜਾਂ ਉੱਪਰ ਜਗ੍ਹਾ ਹੈ, ਉਸ ਜਗ੍ਹਾ ਤੇ ਵੀ ਤੇ ਸਤਨਾਮ ਸ੍ਰੀ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਹੀ ਹੁੰਦਾ ਹੋਏਗਾ ਨਾ, ਪਰਮੇਸ਼ਰ ਦਾ ਨਾਮ ਹੀ ਲੈਂਦੇ ਹੋਣਗੇ ਨਾ। ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਵੀ ਉਹੀ ਚੀਜ਼ ਚੱਲਦੀ ਪਈ ਹੈ ਤੇ ਗੁਰੂ ਸਾਹਿਬ ਤੇ ਭਗਤ ਕਹਿੰਦੇ ਉਹ ਆ ਹੀ ਬੈਕੁੰਠ ਹੈ, ਜਿਉਂਦੇ ਜੀ ਦੇਖ ਲੈ। ਤਾਂ ਹੀ ਆਵਾਜ਼ਾਂ ਮਾਰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਰੋਜ਼ ਮੈਂ ਤੁਹਾਨੂੰ ਕਹਿੰਦਾ 50 ਬੱਚੇ ਹੁੰਦੇ ਕਲਾਸ ਵਿੱਚ, ਸਾਰੇ ਵਜੀਫਾ ਨਹੀਂ ਮਿਲਦਾ ਉਹਨਾਂ ਨੂੰ, ਸਾਰਿਆਂ ਨੂੰ ਟੌਪਰ ਨਹੀਂ ਕਹਿੰਦੇ, ਸਾਰੇ 100 ਚੋਂ 100% ਨੰਬਰ ਨਹੀਂ ਲੈ ਕੇ ਜਾਂਦੇ। ਤੇ ਹੁਣ ਕਿੱਡਾ ਸਾਡਾ ਨਗਰ ਹੁੰਦਾ, ਜੇ ਸਾਰਾ ਨਗਰ ਗੁਰਦੁਆਰਿਆਂ ਵਿੱਚ ਆਉਣ ਲੱਗ ਪਏ, ਇੱਥੇ ਤੇ ਸਾਧ ਸੰਗਤ ਜੀ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ। ਬਸ ਉਹੀ ਆਏਗਾ ਜਿਸ ਤੇ ਕਿਰਪਾ ਹੈ, ਜਿਸ ਤੇ ਮਿਹਰ ਹੈ। ਭਾਈ ਉਹ ਹੁਣ ਗੁੱਸਾ ਨਾ ਕਰਨ ਜਿਹੜੇ ਨਹੀਂ ਆਉਂਦੇ, ਕਿਧਰੇ ਉਹ ਇਹ ਨਾ ਸਮਝਣਾ ਵੀ ਸਾਨੂੰ ਕਹਿੰਦੇ ਨੇ ਸਾਡੇ ਤੇ ਮਿਹਰ ਨਹੀਂ। ਅਸੀਂ ਤੇ ਅਰਦਾਸ ਕਰਦੇ ਹਾਂ ਭਲਿਓ ਤੁਹਾਡੇ ਤੇ ਰੱਬ ਮੇਰੇ ਨਾਲੋਂ ਵੀ ਪਹਿਲਾਂ ਕਿਰਪਾ ਕਰੇ, ਤੁਹਾਨੂੰ ਜੋੜ ਦੇਵੇ ਆਪਣੇ ਚਰਨਾਂ ਨਾਲ, ਤੁਹਾਡੀ ਬਿਰਤੀ ਸੁਰਤੀ ਵੀ ਐਸੀ ਬਣ ਜਾਏ, ਤੁਹਾਡੇ ਅੰਦਰ ਚਾਅ ਪੈਦਾ ਹੋ ਜਾਏ, ਰਾਮ ਰਾਮ ਕਹੀਏ, ਵਾਹਿਗੁਰੂ ਵਾਹਿਗੁਰੂ ਵਾਲਾ ਵਾਹਿਗੁਰੂ ਵਾਹਿਗੁਰੂ ਕਹੋ। ਗੁਰਬਾਣੀ ਕਹਿੰਦੀ ਅੱਲਾ ਕਹਿਣ ਵਾਲਾ ਅੱਲਾ ਕਹੋ। ਮਤਲਬ ਜੇ ਕੋਈ ਮੁਸਲਮਾਨ ਹੈ ਤੇ ਜਾਓ ਮਸਜਿਦ ਮਸੀਤ, ਬੇਨਵਾਜਾ ਕੁੱਦਿਆ ਇਹਨਾਂ ਭਲੀ ਰੀਤ, ਕਭੀ ਚੱਲਣਾ ਆਇਆ ਪੰਜੇ ਵਕਤ ਮਸੀਤ। ਜੇ ਤੂੰ ਸਿੱਖ ਹੈ ਗੁਰੂ ਸਤਿਗੁਰ ਕਾ ਜੋ ਸਿੱਖਿਆ ਕਾਏ, ਜੋ ਭਲਕੇ ਉਠਾਰ ਨਾਮ ਦੇ ਆਏ। ਸੋਹਣਾ ਪੰਛੀ ਵੀ ਉੱਠ ਚੁੱਕੇ ਨੇ, ਗੁੱਸਾ ਨਾ ਕਰਿਓ, ਪਸ਼ੂ ਪੰਛੀ ਵੀ ਉੱਠ ਚੁੱਕੇ ਹਨ, ਲੋਕਾਂ ਨੇ ਧਾਰਾਂ ਵੀ ਕੱਢ ਲਈਆਂ ਹਨ। ਇਹ ਸਿੱਧੀਆਂ ਤੇ ਸੱਚੀਆਂ ਗੱਲਾਂ ਝੂਠੀਆਂ ਨਹੀਂ ਹਨ। ਪੰਛੀ ਚੋਗਾ ਚੁਗਣ ਦੇ ਲਈ ਚਲੇ ਗਏ ਨੇ ਆਪਣੇ ਬੱਚਿਆਂ ਦੇ ਲਈ, ਉੜੇ ਉੜਿਆ ਵੈਸੇ ਕੋਸਾ ਤਿਸ ਪਾਛੇ ਬਚਰੇ ਸ਼ਰਿਆ। ਤੇ ਤੂੰ ਕਿਉਂ ਕਬੀਰ ਜੀ ਕਹਿੰਦੇ ਅਜੇ ਸੁੱਤਾ ਪਿਆ, ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਜਦੋਂ ਇੱਦਾਂ ਦੀਆਂ ਨਾ ਸਿੱਧੀਆਂ ਵਿਚਾਰਾਂ ਮੈਂ ਸੁਣਾਉਣਾ ਨਾ, ਕਈ ਮੈਨੂੰ ਕਹਿੰਦੇ ਆ ਵੀ ਇਹ ਭਾਈ ਜਿਹੜਾ ਹੈ ਨਾ ਇਹਨੂੰ ਕੀਰਤਨ ਨਹੀਂ ਆਉਂਦਾ। ਉਹ ਭਰਾਵਾ ਕੀਰਤਨ ਕਿਹਨੂੰ ਕਹਿੰਦੇ ਨੇ? ਰੱਬ ਦੀ ਸਿਫਤ ਕਿਸੇ ਵੀ ਤਰੀਕੇ ਨਾਲ ਕੀਤੀ ਜਾਵੇ ਉਹ ਕੀਰਤਨ ਹੀ ਹੈ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਬਿਰਲਾ ਬਿਰਲਾ ਕੋਈ ਬੰਦਾ ਮੈਨੂੰ ਸੁਣਦਾ ਹੁੰਦਾ ਪਰ ਉਹਦੀ ਹਿੰਮਤ ਨਹੀਂ ਹੁੰਦੀ ਮੇਰੇ ਸਾਹਮਣੇ ਆ ਕੇ ਪਈ ਆ ਕਿਧਰੇ ਕਹਿ, ਤੇ ਫਿਰ ਤੂੰ ਮੈਨੂੰ ਅੱਧਾ ਘੰਟਾ ਦੇ ਤੇ ਤੂੰ ਦੁਨੀਆ ਨੂੰ ਨਾ ਜਾ ਕੇ ਇਹ ਚੀਜ਼ ਦੱਸੇਗਾ ਵੀ ਵਾਕਈ ਆਈ ਐਮ ਸੈਟਿਸਫਾਈ। ਤੈਨੂੰ ਮੈਂ ਗੁਰੂ ਦੀ ਕਿਰਪਾ ਨਾਲ ਦੱਸਾਂਗਾ ਵੀ ਕੀਰਤਨ ਕਿਹਨੂੰ ਕਹਿੰਦੇ ਨੇ। 1430 ਅੰਗ ਨੇ ਨਾ, ਜਿਹੜਾ ਕਹਿੰਦਾ ਨਾ ਵੀ ਕੀਰਤਨ ਨਹੀਂ ਆਉਂਦਾ, ਵੀ ਉਹ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਲੋਟ ਕਰਕੇ ਉਹਦੇ ਵਿੱਚੋਂ ਕੋਈ ਸ਼ਬਦ ਇੱਥੇ ਵਾਜੇ ਦੇ ਅੱਗੇ ਰੱਖ ਦੇਵੇ, ਜਾਂ ਭਾਈ ਗੁਰਦਾਸ ਦੀਆਂ ਵਾਰਾਂ ਨੇ ਨਾ, ਉਹ ਵੀ ਤੇ ਸਾਡਾ ਗ੍ਰੰਥੀ ਹੈ ਨਾ, ਜਾਂ ਹੋਰ ਵੀ ਜਿਹੜੀਆਂ ਅਸੀਂ ਇੱਥੇ ਪੜ੍ਹ ਸਕਦੇ ਹਾਂ, ਕੋਈ ਵੀ ਸ਼ਬਦ ਚੁੱਪ ਚਪੀਤੇ ਰੱਖ ਦੇਵੇ
ਤੇ ਜੇ ਉਹਨੂੰ ਨਾ ਪੜ੍ਹ ਸਕਿਆ ਤੇ ਫਿਰ ਤੇ ਤੇਰੀ ਗੱਲ ਮੰਨ ਲਾਂਗੇ, ਤੇ ਜੇ ਪੜ੍ਹ ਲਿਆ ਐਵੇਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਗੱਲੀ ਅਸੀਂ ਚੰਗੀਆਂ ਚਾਰੇ ਬੁਰੀਆਂ, ਮੱਥਾ ਕਦੀ ਗੁਰਦੁਆਰੇ ਟੇਕਿਆ ਨਾ ਹੋਵੇ ਤੇ ਵਿਚਾਰੇ ਭਾਈਆਂ ਦੇ ਵਿੱਚ ਨੁਕਸ ਕੱਢਦਾ ਫਿਰੇ, ਗਲ ਜਾਏਗਾ ਗਲ। ਇਹ ਬਾਣੀ ਵਿੱਚ ਲਿਖਿਆ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਐਪਰੀਸ਼ੀਏਸ਼ਨ ਚਾਹੀਦੀ, ਐਪਰੀਸ਼ੀਏਟ ਚਾਹੀਦਾ ਜਿਹੜਾ ਕੋਈ ਚੰਗਾ ਕੰਮ ਕਰਦਾ ਹੈ। ਤੇ ਜੇ ਕੋਈ ਬੁਰੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ। ਮਹਾਰਾਜ ਜੀ ਤੇ ਇੱਥੇ ਕਹਿੰਦੇ ਨੇ ਬੁਰੇ ਨੂੰ ਨਹੀਂ ਬੁਰਾ ਕਹਿਣਾ ਚਾਹੀਦਾ। ਜੇ ਕੋਈ ਚੰਗਾ ਕਰਦਾ ਉਹਨੂੰ ਬੁਰਾ ਕਹਿ ਕੇ ਕਿੱਥੇ ਬਖਸ਼ਿਆ ਜਾਏਗਾ। ਇਸ ਕਰਕੇ ਭਾਈ ਆ ਕੇ ਮੱਥਾ ਟੇਕ, ਗੁਰੂ ਦੀ ਗੋਦ ਵਿੱਚ ਬਹਿ। ਜੇ ਨਹੀਂ ਬਹੁਤਾ ਕੋਈ ਯਕੀਨ ਤੇ 4 ਵਜੇ ਆ ਕੇ ਇੱਥੇ ਬਹਿ ਜਾਇਆ ਕਰ ਗੁਰਦੁਆਰਾ ਸਾਹਿਬ, ਤੇ ਆ ਕੇ ਦੇਖ ਲਿਆ ਕਰ ਇੱਥੇ ਕੀ ਕੀ ਹੁੰਦਾ ਹੈ, ਇੱਥੇ ਕੀ ਕੀ ਪੜ੍ਹਿਆ ਜਾਂਦਾ, ਪਤਾ ਲੱਗ ਜਾਏਗਾ। ਬਸ ਪੜ੍ਹਨਾ ਤੇ ਆਪਣੇ ਆਪ ਨੂੰ ਹੈ, ਬਸ ਇਹ ਦੂਜਿਆਂ ਨੂੰ ਹੀ ਪੜ੍ਹਦਾ ਰਿਹਾ। ਇਸ ਕਰਕੇ ਸਾਧ ਸੰਗਤ ਜੀ ਦੂਰੀ ਬਣੀ ਹੋਈ ਹੈ। ਸੋ ਇਹ ਸੀ ਅੱਜ ਦੇ ਸ਼ਬਦ ਦਾ ਵਿਚਾਰ ਜੋ ਬੈਕੁੰਠ ਬਾਰੇ ਮਹਾਰਾਜ ਜੀ ਨੇ ਦੱਸਿਆ। ਤੇ ਕੱਲ ਦਾ ਸ਼ਬਦ ਵੀ ਬਹੁਤ ਕਮਾਲ ਦਾ, ਭਗਤ ਕਬੀਰ ਜੀ ਦਾ, ਉਪਜੈ ਨਿਪਜੈ ਨਿਪਜ ਸਮਾਈ, ਨੈਣੈ ਦੇਖਤ ਇਹ ਜਗ ਜਾਈ। ਬੜਾ ਪਿਆਰਾ ਸ਼ਬਦ ਹੈ। ਗੁਰੂ ਮਹਾਰਾਜ ਜੀ ਮਿਹਰ ਕਰਨਗੇ, ਕਿਰਪਾ ਕਰਨ, ਅੰਮ੍ਰਿਤ ਵੇਲਾ ਬਖਸ਼ਣ। ਸੋ ਕੱਲ੍ਹ ਤੇ ਐਤਵਾਰ ਹੈ, ਪਰਸੋਂ ਸੋ ਐਤਵਾਰ ਹੈ। ਕੱਲ੍ਹ ਬੀਬੀਆਂ ਨੂੰ ਭੈਣਾਂ ਨੂੰ ਬੇਨਤੀ ਹੈ ਸਮੇਂ ਸਿਰ ਆ ਕੇ ਆਪ ਜੀ ਜੋ ਸ਼ਬਦ ਕੀਰਤਨ ਕਰਦੇ ਹੋ ਜ਼ਰੂਰ ਹਾਜ਼ਰੀ ਲਵਾਓ। ਔਰ ਚਾਹ ਦੇ ਲੰਗਰ ਤੁਹਾਨੂੰ ਪਤਾ ਚੱਲਦਾ ਹੀ ਹੈ। ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਤੇ ਬੜੇ ਪ੍ਰੇਮ ਨਾਲ ਕਰ ਸਕਦੇ ਹੋ। ਇੰਨੀ ਸੇਵਾ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।